ਪਿਆਰੇ ਵਿਦਿਆਰਥੀਓ, ਮੈਂ ਅਮਨਦੀਪ ਅੱਜ ਦੇ ਆਪਣੀ ਇਸ ਆਨਲਾਈਨ ਲੈਕਚਰ ਵਿੱਚ ਤੁਹਾਡੇ ਨਾਲ ਅਸ਼ੁੱਧ ਸ਼ੁੱਧ ਬਾਰੇ ਸ਼ਬਦਾਂ ਬਾਰੇ ਗੱਲ ਕਰਾਂਗੀ। ਕਿਉਂਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਆਨਲਾਈਨ ਲੈਕਚਰ ਵਿੱਚ ਇੱਕ ਵਿਆਕਰਨ ਬਾਰੇ ਦੱਸਿਆ ਸੀ। ਵਿਆਕਰਨ ਵਿੱਚ ਅਸ਼ੁੱਧ ਤੇ ਸ਼ੁੱਧ ਦੇ ਕੁਝ ਜ਼ਰੂਰੀ ਨਿਯਮ ਹੁੰਦੇ ਆ, ਆਪਾਂ ਉਹਨਾਂ ਦੀ ਗੱਲ ਨਹੀਂ ਕੀਤੀ। ਅੱਜ ਇਸ ਆਨਲਾਈਨ ਲੈਕਚਰ ਵਿੱਚ ਉਹਨਾਂ ਜ਼ਰੂਰੀ ਨਿਯਮਾਂ ਦੀ ਗੱਲ ਕਰਾਂਗੇ ਜਿਹੜੇ ਕੀ ਆ ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਲਿਖਣ ਵਿੱਚ ਆਪਣੀ ਸਹਾਇਤਾ ਕਰਦੀ ਹੈ। ਠੀਕ ਹੈ, ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਠੀਕ ਸ਼ਬਦ ਜੋੜਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਆ, ਜਿਸ ਨਾਲ ਲਿਖਤ ਪੜ੍ਹਾਈ ਸੁਖਾਲੀ ਹੁੰਦੀ ਹੈ, ਜਿਸ ਨਾਲ ਆਪਣਾ ਲਿਖਣ ਦਾ ਜਿਹੜਾ ਸਮੁੱਚਾ ਪ੍ਰਭਾਵ ਆ ਉਹ ਵੀ ਚੰਗਾ ਪੈਂਦਾ ਹੈ। ਕਈ ਬੱਚੇ ਕੀ ਆ ਬਹੁਤ ਸਾਰੀਆਂ ਗਲਤੀਆਂ ਕਰਦੇ ਆ ਵੀ ਬਹੁਤ ਸਾਰੇ ਸ਼ਬਦ ਇਹੋ ਜਿਹੇ ਆ ਜਿਹੜੇ ਗਲਤ ਲਿਖਦੇ ਆ ਤੇ ਜਿਨ੍ਹਾਂ ਨੂੰ ਕੀ ਆ ਅਸ਼ੁੱਧ ਕਿਹਾ ਜਾਂਦਾ, ਤੇ ਉਹਨਾਂ ਨੂੰ ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਲਿਖਣ ਲਈ ਕੁਝ ਤੁਹਾਡੇ ਨਾਲ ਜ਼ਰੂਰੀ ਨਿਯਮ ਆ, ਉਹਨਾਂ ਬਾਰੇ ਗੱਲ ਕਰਾਂਗੀ ਮੈਂ ਤੁਹਾਡੇ ਨਾਲ ਅੱਜ ਇਸ ਆਨਲਾਈਨ ਲੈਕਚਰ ਵਿੱਚ। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਜਿਨ੍ਹਾਂ ਦੇ ਜੋੜ ਬਾਰੇ ਸ਼ੰਕਾ ਹੋ ਸਕਦੀ ਆ ਹਲੇ ਵੀ, ਪਰ ਇੱਥੇ ਸੰਭਵ ਨਹੀਂ ਹੋ ਸਕਦਾ ਵੀ ਸਾਰੇ ਸ਼ਬਦ ਆਪਾਂ ਅਸ਼ੁੱਧ ਆ ਜਿਹੜੇ ਉਹਨਾਂ ਨੂੰ ਸ਼ੁੱਧ ਲਿਖ ਦਈਏ ਜਾਂ ਸ਼ੁੱਧ ਨੂੰ ਅਸ਼ੁੱਧ। ਬਹੁਤ ਸਾਰੇ ਸ਼ਬਦਾਂ ਵਿੱਚ ਹਾਲੇ ਵੀ ਭੁਲੇਖਾ ਪਾਇਆ ਜਾਂਦਾ ਵੀ ਕਿਹੜਾ ਸ਼ਬਦ ਕਿਸ ਅਨੁਸਾਰ ਲਿਖਿਆ ਜਾਂਦਾ। ਤਾਂ ਇਸ ਲਈ ਕੀ ਆ ਕੋਸ਼ ਵਧੇਰੇ ਕੰਮ ਕਰਦੇ ਆਪਣੇ ਕੋਸ਼ ਜਿਹੜੇ ਕੀ ਆ ਵਿਆਕਰਨ ਨੂੰ ਠੀਕ ਕਰਨ ਲਈ ਲਿਖੇ ਗਏ ਆ। ਦੂਜਾ ਜਿਹੜਾ ਕੰਮ ਕੀਤਾ ਗਿਆ, ਪੰਜਾਬੀ ਦੇ ਸਾਰੇ ਜੋੜਾਂ ਦੀ ਪ੍ਰਮਾਣਿਕਤਾ ਅਜੇ ਵਧੇਰੇ ਸਥਾਪਿਤ ਨਹੀਂ ਹੋਈ। ਇਸ ਕਰਕੇ ਕੀ ਆ ਪੰਜਾਬੀ ਦੇ ਜਿਹੜੇ ਕੁਝ ਸ਼ਬਦਾਂ ਦਾ ਭੁਲੇਖਾ ਆਪਾਂ ਨੂੰ ਪੈ ਜਾਣ ਨਾਲ ਕੁਝ ਜੋੜ ਆ ਜਿਹੜੇ ਇੱਧਰ ਉੱਧਰ ਅੱਗੇ ਪਿੱਛੇ ਕਰ ਦਿੱਤੇ ਜਾਂਦੇ ਆ, ਕਿਉਂਕਿ ਕਾਰਨ ਇਹਦਾ ਇਹ ਆ ਵੀ ਸਿਧਾਂਤ ਆ ਜਿਹੜੇ ਉਹ ਠੀਕ ਸ਼ਬਦ ਜੋੜਾਂ ਪਿੱਛੇ ਕੰਮ ਨਹੀਂ ਕਰ ਰਹੇ। ਤਾਂ ਇਹੀ ਕਾਰਨ ਆ ਕਿ ਕੁਝ ਗਲਤੀਆਂ ਆਪਣੇ ਤੋਂ ਹੋ ਜਾਂਦੀਆਂ ਲਿਖਣ ਲੱਗਿਆ। ਤਾਂ ਆਪਾਂ ਹੁਣ ਚਲੋ ਅੱਗੇ ਆਨਲਾਈਨ ਲੈਕਚਰ ਵਿੱਚ ਅਸ਼ੁੱਧ ਤੇ ਸ਼ੁੱਧ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾ ਜ਼ਰੂਰੀ ਨਿਯਮ ਹੁੰਦਾ ਜਿਹੜਾ ਅਸ਼ੁੱਧ ਨੂੰ ਸ਼ੁੱਧ ਲਿਖਣ ਵਿੱਚ, ਉਹ ਹੁੰਦਾ ਹਾਹੇ ਦੀ ਵਰਤੋਂ ਦੇ ਨਿਯਮ। ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਹਾਹੇ ਦੀ ਵਰਤੋਂ ਦੇ ਨਿਯਮ ਕਿਵੇਂ ਕਰਨੇ ਆ। ਜੇ ਮੰਨ ਲਓ ਕਿਸੇ ਸ਼ਬਦ ਦੇ ਆਰੰਭ ਵਿੱਚ ਆੜੇ ਨੂੰ ਦਲਾਵਾਂ, ਜਿਵੇਂ ਐ, ਠੀਕ ਆ, ਐ ਜਿਹੜਾ ਦਲਾਵਾਂ ਧੁਨੀ ਆਉਂਦੀ ਆ ਤਾਂ ਪਹਿਲਾ ਅੱਖਰ ਉੱਪਰ ਦਲਾਵਾਂ ਦੀ ਲੱਗ ਲੱਗਦੀ ਆ। ਪਰ ਜੇ ਇਹਨਾਂ ਸ਼ਬਦਾਂ ਵਿੱਚ ਹਾਹੇ ਤੋਂ ਪਹਿਲਾਂ ਈੜੀ ਨੂੰ ਲਾਵਾਂ ਏ ਅਤੇ ਆੜੇ ਨੂੰ ਦਲਾਵਾਂ ਧੁਨੀ ਆਉਂਦੀ ਆ ਤਾਂ ਹੇਠ ਲਿਖੇ ਅਨੁਸਾਰ ਜਿਹੜੇ ਜੋੜ ਹੁੰਦੇ ਆ, ਜਿਵੇਂ ਕਿ ਬਹੁਤ ਸਾਰੇ ਵਿਦਿਆਰਥੀ ਇਹ ਗਲਤ ਲਿਖ ਦਿੰਦੇ ਆ, ਜਿਵੇਂ ਅਸ਼ੁੱਧ ਲਿਖ ਦਿੰਦੇ ਆ ਸੱਸੇ ਨੂੰ ਲਾਵਾਂ ਹਾਹਾ ਤੱਤਾ ਸਿਹਤ, ਉਹ ਕੀ ਆ ਅਸ਼ੁੱਧ। ਪਰ ਉਹਨੂੰ ਸ਼ੁੱਧ ਲਿਖਣ ਵਾਸਤੇ ਆਪਾਂ ਕੀ ਕਰਾਂਗੇ, ਸੱਸੇ ਨੂੰ ਸਿਹਾਰੀ ਹਾਹਾ ਤੱਤਾ, ਠੀਕ ਹੈ, ਸਿਹਤ। ਜਿਵੇਂ ਇੱਥੇ ਦੱਸਿਆ ਤੁਹਾਨੂੰ। ਅੱਗੇ ਹੈ ਕਿਹੜਾ, ਜਿਵੇਂ ਕਿਹੜੇ 'ਚ ਕੱਕੇ ਨੂੰ ਲਾਵਾਂ ਪਾ ਦਿੰਦੇ ਆ। ਬਹੁਤ ਸਾਰੇ ਵਿਦਿਆਰਥੀ ਆ ਜਦੋਂ ਕਾਪੀਆਂ ਚੈੱਕ ਕਰਦੇ ਆ, ਉਹਨਾਂ ਦੀ ਕਈ ਵਾਰ ਦੇਖਦੇ ਆ ਲਿਖਦੇ ਆ ਉਹਨਾਂ ਨੂੰ, ਜਾਂ ਪੇਪਰ ਆਨਸਰ ਸੀਟ 'ਚ ਜਦੋਂ ਚੈੱਕ ਹੁੰਦੀ ਆ ਤਾਂ ਬਹੁਤ ਸਾਰੀਆਂ ਬੱਚਿਆਂ ਦੀਆਂ ਇਹ ਗਲਤੀਆਂ ਹੁੰਦੀਆਂ ਵੀ ਉਹਨਾਂ ਨੂੰ ਇਹ ਜਿਹੜੇ ਸ਼ਬਦ ਆ ਉਹ ਸ਼ੁੱਧ ਨਹੀਂ ਲਿਖਣੇ ਆਉਂਦੇ। ਠੀਕ ਹੈ, ਜਿਵੇਂ ਹੁਣ ਕੱਕੇ ਨੂੰ ਲਾਵਾਂ ਹਾਹਾ ਰਾੜੇ ਨੂੰ ਕਰਨਾ, ਕਿਹੜਾ ਅਸ਼ੁੱਧ ਐਵੇਂ ਪਾਇਆ ਜਾਂਦਾ, ਤਾਂ ਉਹਨੂੰ ਕੀ ਆ ਹੁਣ ਕੱਕੇ ਨੂੰ ਲਾਵਾਂ ਨਹੀਂ ਪਾਉਣਾ, ਉੱਥੇ ਕੀ ਪਾਉਣਾ, ਕੱਕੇ ਨੂੰ ਸਿਹਾਰੀ ਹਾਹਾ ਰਾੜੇ ਨੂੰ ਲਾਵਾਂ, ਠੀਕ ਹੈ, ਕਿਹੜਾ। ਤਾਂ ਇਹਦੇ ਪਿੱਛੇ ਵੀ ਕੀ ਹੈ, ਇਹਦੇ ਪਿੱਛੇ ਕੁਝ ਸਿਧਾਂਤ ਕੰਮ ਕਰਦੇ ਆ। ਤਾਂ ਉਹ ਸਿਧਾਂਤ ਆ ਜਿਵੇਂ ਮੰਨ ਲਓ ਜਿਸ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਏ, ਹੁਣ ਜਿਵੇਂ ਹਾਹੇ ਤੋਂ ਪਹਿਲਾਂ ਇੱਥੇ ਤੁਸੀਂ ਦੇਖੋ ਹਾਹੇ ਤੋਂ ਪਹਿਲਾਂ ਜਿਹੜੀ ਆ ਸੱਸੇ ਨੂੰ ਲਾਮ ਲੱਗੀ ਹੋਈ ਆ, ਠੀਕ ਹੈ, ਧੁਨੀ ਹੋਵੇ ਤਾਂ ਹਾਹੇ ਤੋਂ ਪਹਿਲਾਂ ਅੱਖਰ ਨੂੰ ਕੀ ਆ ਲਾ ਦੀ ਥਾਂ ਕੀ ਆਊਗਾ, ਸਿਹਾਰੀ ਆਊਗੀ। ਆ ਤੁਸੀਂ ਹੁਣ ਅਗਲੇ 'ਚ ਵੀ ਦੇਖ ਸਕਦੇ ਹੋ, ਜਿਵੇਂ ਕੱਕੇ ਨੂੰ ਲਾਵਾਂ ਹਾਹਾ ਰਾੜੇ ਨੂੰ, ਹੁਣ ਲਾ ਜਿੱਥੇ ਮੈਂ ਤੁਹਾਨੂੰ ਦੱਸਦਾ ਵੀ ਜਿਸ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ, ਹੁਣ ਕੱਕੇ ਨੂੰ ਲਾਵਾਂ ਹਾਹਾ ਰਾੜੇ ਨੂੰ ਕਰਨਾ ਕਿਹੜਾ, ਹੁਣ ਹਾਹੇ ਤੋਂ ਪਹਿਲਾਂ ਇਹ ਧੁਨੀ ਲਾਵਾਂ ਲੱਗੀ ਹੋਈ ਆ, ਲਾਂ ਨੂੰ ਹਟਾ ਕੇ ਤੁਸੀਂ ਕੀ ਕਰਨਾ, ਇੱਥੇ ਸਿਹਾਰੀ ਲਾਈ ਜਾਵੇਗੀ। ਜਿਵੇਂ ਆ ਸ਼ੁੱਧ ਤੁਹਾਨੂੰ ਕਰਕੇ ਲਿਖ ਕੇ ਦਿੱਤਾ ਹੋਇਆ ਵੀ ਸਿਹਾਰੀ ਆ ਜਿਹੜੀ ਸੱਸੇ ਨੂੰ ਸਿਹਾਰੀ ਹਾਹਾ ਤੱਤਾ ਸਿਹਤ ਐ ਪਊਗਾ। ਤਾਂ ਅੱਗੇ ਚਿਹਰਾ 'ਚ ਵੀ ਹੁਣ ਦੇਖੋ ਲਾਮ ਲੱਗੀ ਹੋਈ ਆ ਹਾਹੇ ਤੋਂ ਪਹਿਲਾਂ। ਹਾਹਾ ਜਿਹੜਾ ਸ਼ਬਦ ਆ ਇਹਦਾ ਧਿਆਨ ਰੱਖਿਓ ਤੁਸੀਂ, ਹਾਹੇ ਤੋਂ ਪਹਿਲਾਂ ਜੋ ਵੀ ਸ਼ਬਦ ਹੋਊਗਾ, ਭਲਾ ਵਿਅੰਜਨ ਹੋਵੇ ਭਲਾ ਉਹ ਕੀ ਆ ਸਵਰ ਹੋਵੇ, ਜੇ ਉਹ ਤੋਂ ਪਹਿਲਾਂ ਲਾਮ ਲੱਗੀ ਹੈ ਤਾਂ ਉੱਥੇ ਲਾਂ ਨਹੀਂ ਆਊਗੀ, ਉੱਥੇ ਕੀ ਆਊਗਾ ਸਿਹਾਰੀ ਆਊਗਾ। ਠੀਕ ਹੈ, ਜਿਵੇਂ ਚਿਹਰਾ, ਮਿਹਣਾ ਮਿਹਨਾ, ਸਹੁਰਾ। ਇਹ ਹੁਣ ਦੇਖੋ ਇੱਕ ਸਹੁਰਿਆਂ 'ਚ ਜਿਹੜੇ ਅੱਗੇ ਸ਼ਬਦ ਆ ਉਹ ਚੇਂਜ ਆ ਗਿਆ ਸਹੁਰਾ। ਹੁਣ ਇਹਦੇ 'ਚ ਹਾਹੇ ਨੂੰ ਕਨੌੜਾ ਪਾਤਾ। ਠੀਕ ਹੈ, ਹੁਣ ਜੇ ਮੰਨ ਲਓ ਇਹਦੇ 'ਚ ਕੀ ਆ, ਜੇ ਜਿਸ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਉਹ ਆੜੇ ਨੂੰ ਕਨੌੜਾ ਜਿਹੜਾ ਪਾਇਆ ਹੋਵੇ, ਧੁਨੀ ਹੋਵੇ, ਉਹ ਕਿਹਾ ਜਾਂਦਾ ਇਹਨੂੰ, ਉਹ ਧੁਨੀ ਹੋਵੇ ਤਾਂ ਉਹ ਮੁਕਤਾ ਰਹਿੰਦਾ ਹੈ। ਠੀਕ ਹੈ, ਤਾਂ ਇਸ ਕਰਕੇ ਪਰ ਹਾਹੇ ਨੂੰ ਔਂਕੜ ਲਾਈ ਜਾਂਦੀ ਹੈ। ਜਿਵੇਂ ਹੁਣ ਆਪਾਂ ਇੱਥੇ ਪਾਤਾ ਹਾਹੇ ਨੂੰ ਔਂਕੜ ਲਾਤੀ ਤੇ ਇੱਧਰ ਕਨੌੜਾ ਹਟਾਤਾ,
ਇਸੇ ਤਰ੍ਹਾਂ ਬਹੁਤਾ, ਹਾਹੇ ਨੂੰ ਔਂਕੜ ਲਾਤਾ, ਕਨੌੜੇ ਦੀ ਥਾਂ ਕੀ ਆ ਔਂਕੜ ਪੈ ਜਾਊਗਾ, ਠੀਕ ਆ, ਹਾਹੇ ਨੂੰ। ਤੇ ਇਹ ਸ਼ਬਦ ਜਿਹੜੇ ਜ਼ਰੂਰੀ ਨਿਯਮ ਹੁੰਦੇ ਆ ਹਾਹੇ ਦੀ ਵਰਤੋਂ ਕਰਨ ਵੇਲੇ, ਜਿਹੜੇ ਤੁਸੀਂ ਕੀ ਆ ਧਿਆਨ ਵਿੱਚ ਰੱਖਣੇ ਹੁੰਦੇ ਆ। ਤਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਬਣ ਸਕਦੇ ਆ ਤੁਹਾਡੇ, ਜਿਵੇਂ ਲਿਖ ਸਕਦੇ ਹੋ ਤੁਸੀਂ ਕੋਈ ਹੋਰ ਚੌਰਾ, ਵਹੁਟੀ, ਠਹਿਰ, ਬਹੁਤ ਸਾਰੇ ਸ਼ਬਦ ਆ ਜਿਹੜੇ ਕੀ ਆ ਆਪਣਾ ਕੀ ਆ ਵਰਤਦੇ ਆ, ਤਾਂ ਉਹਨਾਂ ਨੂੰ ਅਸ਼ੁੱਧ ਲਿਖਦੇ ਆ। ਅਸ਼ੁੱਧ ਲਿਖਣ ਦੀ ਬਜਾਏ ਆਪਾਂ ਨੂੰ ਉਹ ਕੀ ਕਰਨਾ ਚਾਹੀਦਾ, ਸ਼ੁੱਧ ਲਿਖਣੇ ਚਾਹੀਦੇ ਆ, ਠੀਕ ਹੈ। ਤਾਂ ਆਈ ਸੀ ਹਾਹੇ ਦੀ ਵਰਤੋਂ ਕਿਵੇਂ ਕਰਨੀ ਆ। ਉਸ ਤੋਂ ਹੈਗਾ ਅਗਲਾ ਨਿਯਮ ਆ ਜਿਹੜਾ ਨੰਨੇ ਦੀ ਵਰਤੋਂ। ਤਾਂ ਹੁਣ ਨੰਨੇ ਦੀ ਵਰਤੋਂ ਜਿਹੜੇ ਆਪਣੇ ਖਾਸ ਕਰਕੇ ਆਪਣੇ ਕਾਲਜਾਂ 'ਚ ਵੀ ਬੱਚਿਆਂ ਨੂੰ ਸਕੂਲ ਪੱਧਰ 'ਤੇ ਜਿਹੜੀ ਪੰਜਾਬੀ ਦੀ ਸ਼ਬਦਾਵਲੀ 'ਚ ਉਹ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ, ਜਿਸ ਕਰਕੇ ਬੱਚਿਆਂ ਨੂੰ ਨੰਨਾ ਤੇ ਨਾਣੇ ਦਾ ਫਰਕ ਨਹੀਂ ਪਤਾ ਲੱਗਦਾ ਹੁੰਦਾ। ਤਾਂ ਹੁਣ ਦੇਖੋ ਪੰਜਾਬੀ ਵਿੱਚ ਜਦੋਂ ਗੱਲ ਕਰਨੀ ਹੈ, ਪੰਜਾਬੀ ਵਿੱਚ ਰਾਰਾ, ਲੱਲਾ, ਨਾਣਾ ਤੇ ਰਾੜਾ ਪਿੱਛੇ ਜੇ ਧੁਨੀ ਨਾਸਕੀ ਹੋਵੇ ਤਾਂ ਫਿਰ ਕੀ ਆਉਂਦਾ, ਨੰਨਾ ਆਉਂਦਾ। ਨਾਸਕੀ ਭਾਵ ਜਿਹੜੇ ਨਾਸਕੀ ਉਹ ਵਿਅੰਜਨ ਹੁੰਦੇ ਆ ਜਿਹਦੇ ਰਾਹੀਂ ਨੱਕ ਵਿੱਚੋਂ ਆਵਾਜ਼ ਆਉਂਦੀ ਹੈ, ਜੋ ਠੀਕ ਹੈ, ਉਹ ਨਾਸਕੀ ਹੁੰਦੇ ਆ। ਤਾਂ ਹੁਣ ਦੇਖੋ ਜੇ ਪੰਜਾਬੀ ਵਿੱਚ ਰਾਰਾ, ਲੱਲਾ, ਨਾਣਾ, ਰਾੜਾ ਪਿੱਛੇ ਜੇ ਧੁਨੀ ਨਾਸਕੀ ਹੋਵੇ ਤਾਂ ਨੰਨਾ ਆਊਗਾ, ਠੀਕ ਹੈ। ਹੁਣ ਬਹੁਤ ਸਾਰੇ ਬੱਚਿਆਂ ਨੂੰ ਲਿਖਣ ਨੂੰ ਕਿਹਾ ਜਾਂਦਾ ਵੀ ਸਧਾਰਨ, ਤਾਂ ਉਹ ਨਾਣੇ ਨਾਲ ਹੀ ਲਿਖ ਦਿੰਦੇ ਆ, ਜਦੋਂ ਕਿ ਸਧਾਰਨ ਨਾਣੇ ਨਾਲ ਨਹੀਂ ਨੰਨੇ ਨਾਲ ਆਊਗਾ, ਠੀਕ ਹੈ। ਹੁਣ ਇੱਥੇ ਲਿਖ ਕੇ ਵੀ ਦੱਸਿਆ ਹੋਇਆ ਮੈਂ ਤੁਹਾਨੂੰ ਵੀ ਜਿਹੜਾ ਸਧਾਰਨ ਆ ਉਹ ਇਦਾਂ ਐਵੇਂ ਆਊਗਾ, ਨਾਣਾ ਨਹੀਂ ਆਊਗਾ। ਨਾਣਾ ਦੀ ਹੁਣ ਨਾਣਾ ਦੇ ਪਿੱਛੇ ਜੇ ਧੁਨੀ ਨਾਸਕੀ, ਹੁਣ ਨਾਸਕੀ ਨਾ ਨਾਣਾ ਕਿਹੜਾ, ਉਹ ਨਾਸਕੀ ਧੁਨੀ ਆ ਤੁਹਾਡੀ। ਇਹ ਤੁਹਾਨੂੰ ਪਤਾ ਹੋਵੇ ਵਿਅੰਜਨ ਪੰਜਾਬੀ ਦੇ ਜਿਹੜੇ ਨਾਸਕੀ ਆ ਉਹ 5 ਆ, ਠੀਕ ਹੈ। ਤਾਂ ਉਸ ਚੀਜ਼ ਨੂੰ ਇਹਨਾਂ ਨੇ ਕੀਤਾ ਹੋਇਆ। ਤਾਂ ਇਸ ਕਰਕੇ ਇੱਥੇ ਆਪਾਂ ਕੀ ਗੱਲ ਕੀਤੀ ਹੈ ਵੀ ਸਧਾਰਨ, ਸੱਸੇ ਨੂੰ ਕੰਨਾ, ਧੱਦੇ ਨੂੰ ਕੰਨਾ, ਰਾਰਾ, ਨਾਣਾ ਪਾਇਆ ਹੋਇਆ ਆਪਾਂ। ਤਾਂ ਹੁਣ ਤੁਸੀਂ ਕੀ ਆ ਨਾਣਾ ਨਹੀਂ ਪਾਉਣਾ, ਇੱਥੇ ਨਾਸਕੀ ਆ ਭਲਾ, ਨਾਣੇ ਦੇ ਪਿੱਛੇ ਕਿਹੜੀ ਹੈ ਨੰਨੇ ਦੀ ਵਰਤੋਂ ਆਊਗੀ, ਠੀਕ ਆ। ਸਧਾਰਨ ਤਾਂ ਇਹ ਸ਼ੁੱਧ ਮੰਨਿਆ ਜਾਊਗਾ, ਉਹ ਅਸ਼ੁੱਧ ਆ। ਇਸੇ ਤਰ੍ਹਾਂ ਹਿਰਨ, ਨਾਣਾ ਪਾਇਆ ਹੋਇਆ, ਨਾਣੇ ਨਹੀਂ ਪਾਉਣਾ ਤੁਸੀਂ, ਨੰਨਾ ਪਾਉਣਾ, ਕਿਉਂਕਿ ਨੰਨਾ ਵੀ ਨਾਸਕੀ ਆ। ਇਸ ਕਰਕੇ ਇਹ ਸ਼ਬਦ ਜਦੋਂ ਲੱਗੇ ਹੋਣਗੇ ਪੰਜਾਬੀ ਵਿੱਚ ਖਾਸ ਕਰਕੇ ਰਾਰਾ, ਲੱਲਾ, ਨਾਣਾ ਤੇ ਰਾੜਾ, ਇਹਨਾਂ ਦੇ ਪਿੱਛੇ ਕੀ ਆ ਜਿਹੜੀ ਧੁਨੀ ਆਊਗੀ ਉਹ ਕਿਹੜੀ ਆਊਗੀ, ਨੰਨਾ ਹੀ ਆਊਗੀ। ਇਸੇ ਤਰ੍ਹਾਂ ਕਿਰਨ, ਕਿਰਨ ਤੋਂ ਬਾਅਦ ਨਾਣੀ ਨਾਲ ਨਹੀਂ, ਕਿਰਨ ਕੱਕੇ ਨੂੰ ਸਿਆਰੀ, ਰਾਰਾ, ਨੰਨਾ, ਕਿਰਨ। ਸੰਭਾਲਣਾ ਤਾਂ ਨੰਨੇ ਨਾਲ ਆਊਗਾ, ਠੀਕ ਆ। ਪੜ੍ਹਨਾ, ਪੜ੍ਹਨਾ 'ਚ ਬਹੁਤ ਬੱਚੇ ਗਲਤੀਆਂ ਕਰਦੇ ਆ। ਤਾਂ ਹੁਣ ਦੇਖੋ ਨਾਣਾ ਨਹੀਂ ਆਊਗਾ, ਉੱਥੇ ਕੀ ਆਊਗਾ, ਨੰਨਾ ਆਊਗਾ। ਕਈ ਬੱਚੇ ਕੀ ਕਰਦੇ ਵੀ ਪੇਪਰ 'ਚ ਅਸ਼ੁੱਧ ਪਾਇਆ ਹੁੰਦਾ, ਐਵੇਂ ਪਾਇਆ ਹੁੰਦਾ ਉਹਨਾਂ ਨੇ ਪੜ੍ਹਨਾ, ਪਰ ਉੱਥੇ ਬੱਚੇ ਕੀ ਕਰਦੇ ਵੀ ਕਹਿੰਦੇ ਆ ਵੀ ਠੀਕ ਆ ਜੀ ਪੜ੍ਹਨਾ ਨਾਣੇ ਨਾਲ, ਪਰ ਨਹੀਂ, ਉਹ ਕੀ ਆ ਅਸ਼ੁੱਧ ਆ। ਅਸ਼ੁੱਧ ਨੂੰ ਸ਼ੁੱਧ ਲਿਖਣ ਵਾਸਤੇ ਨੰਨਾ ਹੀ ਪਾਇਆ ਜਾਊਗਾ। ਅਗਲਾ ਹੈਗਾ ਜਿਹੜਾ ਮੁੜਨਾ, ਨਾਣਾ ਪਾਤਾ ਤਾਂ ਇੱਥੇ ਕੀ ਆਊਗਾ, ਨੰਨਾ ਆਊਗਾ, ਠੀਕ ਹੈ, ਮੁੜਨਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਤੁਸੀਂ ਲੈ ਸਕਦੇ ਹੋ, ਜਿਵੇਂ ਸੁਣਨਾ। ਹੁਣ ਸੱਸੇ ਨੂੰ ਔਂਕੜ, ਨਾਣਾ, ਨਾਣੇ ਨੂੰ ਕੰਨਾ ਫੇਰ ਆ ਜੇ ਸੁਣਨਾ, ਤਾਂ ਤੁਸੀਂ ਉੱਥੇ ਨਾਣੇ ਨੂੰ ਨਹੀਂ ਪਾਉਣਾ, ਸੁਣ, ਸੱਸੇ ਨੂੰ ਔਂਕੜ, ਨਾਣਾ, ਨੰਨੇ ਨੂੰ ਕੰਨਾ ਸੁਣਨਾ ਪਾਉਣਾ, ਠੀਕ ਹੈ। ਇਸੇ ਤਰ੍ਹਾਂ ਚੁਣਨਾ, ਹੁਣ ਚੁਣਨਾ ਆ ਜੇ ਤਾਂ ਨਾਣੇ ਨਾਲ ਆਊਗਾ, ਉੱਥੇ ਅਸ਼ੁੱਧ ਸ਼ਬਦ ਜਿਹੜਾ ਤੁਹਾਨੂੰ ਆਊਗਾ, ਚੱਚੇ ਨੂੰ ਔਂਕੜ, ਨਾਣਾ, ਨਾਣੇ ਨੂੰ ਕਰਨਾ ਚੁਣਨਾ। ਪਰ ਹੁਣ ਚੁਣਨਾ ਗਲਤ ਆ, ਉੱਥੇ ਤੁਹਾਡਾ ਤੁਸੀਂ ਕੀ ਪਾਉਣਾ ਹੋਊਗਾ, ਚੱਚੇ ਨੂੰ ਔਂਕੜ, ਨਾਣਾ, ਨੰਨੇ ਨੂੰ ਕਰਨਾ ਚੁਣਨਾ, ਠੀਕ ਹੈ। ਇਸੇ ਤਰ੍ਹਾਂ ਮੇਨਾ, ਮੰਮੇ ਨੂੰ ਸਿਆਰੀ, ਹਾਹਾ, ਮੇਨਾ ਮੰਮੇ ਨੂੰ ਸਿਆਰੀ, ਨਾਣਾ, ਨੰਨਾ ਨਹੀਂ ਪਾਉ, ਉੱਥੇ ਨਾਣੇ ਨੂੰ ਕਰਨਾ ਫੇਰ ਆ ਜੂ ਮੇਨਾ, ਉਹ ਅਸ਼ੁੱਧ ਹੋਊਗਾ। ਤੁਸੀਂ ਕੀ ਪਾਉਣਾ ਹੋਊਗਾ, ਮੰਮੇ ਨੂੰ ਸਿਆਰੀ, ਮੇਨਾ, ਜਿਵੇਂ ਮੰਮਾ, ਹਾਹੇ ਨੂੰ ਸਿਆਰੀ, ਨਾਣੇ ਨੂੰ ਕਰਨਾ, ਠੀਕ ਹੈ, ਮੇਨਾ। ਤਾਂ ਇਹ ਵੀ ਪਾਇਆ ਹੋਊਗਾ ਉਹਨਾਂ ਨੇ ਅਸ਼ੁੱਧ, ਤੁਸੀਂ ਕੀ ਪਾਉਣਾ ਹੋਊਗਾ, ਮੇਨਾ, ਮੰਮਾ, ਹਾਹੇ ਨੂੰ ਸਿਆਰੀ, ਨੰਨੇ ਨੂੰ ਕਰਨਾ, ਠੀਕ ਹੈ, ਮੇਨਾ। ਤਾਂ ਇਸ ਤਰ੍ਹਾਂ ਬਹੁਤ ਸਾਰੇ ਹੋਰ ਵੀ ਸ਼ਬਦ ਹੈਗੇ ਆ, ਤਾਂ ਜਿਨ੍ਹਾਂ ਨੂੰ ਕਰਨ ਵਾਸਤੇ ਤੁਹਾਨੂੰ ਕੀ ਆ ਵੀ ਨਾਣਾ ਵੀ ਜਿੱਥੇ ਵੀ ਆ ਜਾਏ, ਅਸ਼ੁੱਧ ਵਿੱਚ ਆ ਜਾਏ, ਤੁਹਾਨੂੰ ਲਾਸਟ ਜਿਹੜਾ ਆਪਣਾ ਸ਼ਬਦ ਆ, ਤਾਂ ਉੱਥੇ ਨਾਣੇ ਦੀ ਥਾਂ ਤੁਸੀਂ ਕੀ ਆ ਕਿਹਦੀ ਵਰਤੋਂ ਕਰਨੀ ਹੋਊਗੀ, ਨੰਨੇ ਦੀ ਵਰਤੋਂ ਕਰਨੀ ਹੋਊਗੀ। ਇਹ ਵੀ ਬਹੁਤ ਜ਼ਰੂਰੀ ਨਿਯਮ ਆ ਇੱਕ। ਬਹੁਤ ਸਾਰੇ ਬੱਚੇ ਆ ਜਿਹੜੇ ਸਧਾਰਨ ਨੂੰ ਹਲੇ ਵੀ ਨਾਣੇ ਨਾਲ ਲਿਖਦੇ ਆ, ਤਾਂ ਉਹਨਾਂ ਨੂੰ ਇੱਥੇ ਸਮਝ ਲੈਣਾ ਚਾਹੀਦਾ ਵੀ ਸਧਾਰਨ ਨੂੰ ਲਿਖਣ ਲਈ ਨੰਨਾ ਦੀ ਵਰਤੋਂ ਕਰਨੀ ਪਊਗੀ, ਠੀਕ ਹੈ। ਤਾਂ ਇਹ ਸੀਗਾ ਜਿਵੇਂ ਪਹਿਲਾਂ ਹਾਹੇ ਦੀ ਵਰਤੋਂ ਦੇ ਨਿਯਮ, ਇਸ ਤਰ੍ਹਾਂ ਦੂਜਾ ਨੰਨੇ ਦੀ ਵਰਤੋਂ ਦੇ ਨਿਯਮ। ਤਾਂ ਅਗਲਾ ਜਿਹੜਾ ਆਪਾਂ ਕਰਨਾ ਉਹ ਹੈਗਾ, ਇਹ ਬਹੁਤ ਸਾਰੇ ਬੱਚੇ ਗਲਤੀਆਂ ਕਰਦੇ ਆ ਇਸ ਚੀਜ਼ਾਂ ਨੂੰ ਜਦੋਂ ਲਿਖਦੇ ਆ ਨਾ, ਉਹ ਬਹੁਤ ਸਾਰਾ ਐਵੇਂ ਸ਼ਬਦਾਂ ਦੇ ਸਪੈਲਿੰਗ ਬਹੁਤ ਗਲਤ ਲਿਖ ਦਿੰਦੇ ਆ। ਤੇ ਇਹ ਗਲਤੀਆਂ ਨੂੰ ਸੁਧਾਰਨ ਵਾਸਤੇ ਕੁਝ ਆਪਣੇ ਸਿਧਾਂਤ ਬਣੇ ਹੋਏ ਆ, ਉਹਨਾਂ ਸਿਧਾਂਤਾਂ ਦੀ ਵਰਤੋਂ ਆਪਾਂ ਨੂੰ ਕਰਨੀ ਚਾਹੀਦੀ ਆ, ਠੀਕ ਹੈ। ਤਾਂ ਇਸੇ ਤਰ੍ਹਾਂ ਹੁਣ ਜਿਵੇਂ ਮੰਨ ਲਓ
ਸੰਸਕ੍ਰਿਤ ਵਿੱਚ ਹੁਣ ਬਹੁਤ ਸਾਰੇ ਬੱਚੇ ਆ ਜਿਹੜੇ ਸੰਸਕ੍ਰਿਤ ਸਕੂਲਾਂ ਵਿੱਚ ਸੰਸਕ੍ਰਿਤ ਹਿੰਦੀ ਪੜ੍ਹ ਕੇ ਆਉਂਦੇ ਆ, ਤਾਂ ਉਹ ਆ ਕੇ ਪੰਜਾਬੀ ਨੂੰ ਵੀ ਉਵੇਂ ਹੀ ਲਿਖਦੇ ਆ। ਪਰ ਪੰਜਾਬੀ ਤੇ ਸੰਸਕ੍ਰਿਤ ਵਿੱਚ ਬਹੁਤ ਫਰਕ ਆ ਲਿਖਣ ਲੱਗਿਆਂ ਸ਼ਬਦਾਂ ਨੂੰ। ਤਾਂ ਇਹਨਾਂ 'ਚ ਹੁਣ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਥੇ ਸੰਸਕ੍ਰਿਤ ਦੇ ਸ਼ਬਦ ਆ ਜਿਹੜੇ ਆਪਾਂ ਗੱਲ ਕਰਦੇ ਹਾਂ ਯਯੇ ਦੀ, ਠੀਕ ਹੈ। ਯਯੇ ਦੀ ਵਰਤੋਂ ਵਿੱਚ ਬਹੁਤ ਥਾਵਾਂ ਤੇ ਕੀ ਹੈ ਜੱਜਾ ਬਣ ਚੁੱਕਿਆ। ਸੰਸਕ੍ਰਿਤ ਵਿੱਚ ਉਹ ਯਯੇ ਹੀ ਹੋਊਗਾ ਹਜੇ, ਤਾਂ ਆਪਾਂ ਉਹਨੂੰ ਪੰਜਾਬੀ ਵਿੱਚ ਜਦੋਂ ਵਰਤਣਾ ਹੋਊਗਾ ਤਾਂ ਉਦੋਂ ਕੀ ਹੈ ਜੱਜੇ ਦੀ ਵਰਤੋਂ ਕਰਾਂਗੇ, ਠੀਕ ਹੈ। ਜੱਜੇ ਦੀ ਵਰਤੋਂ ਕਰਦੇ ਆਪਾਂ। ਤਾਂ ਹੁਣ ਇਹ ਬਹੁਤ ਜ਼ਰੂਰੀ ਨਿਯਮ ਆ ਇਹ ਬਹੁਤ, ਕਿਉਂਕਿ ਹਿੰਦੀ ਵਾਲੇ ਬੱਚੇ ਹੁੰਦੇ ਆ, ਹਿੰਦੀ ਮੀਡੀਅਮ ਹੁੰਦਾ ਉਹਨਾਂ ਦਾ, ਤਾਂ ਉਹ ਬਹੁਤ ਸਾਰੀ ਗਲਤੀਆਂ ਕਰ ਦਿੰਦੇ ਆ ਇਹੋ ਜਿਹੀਆਂ। ਤਾਂ ਇੱਥੇ ਹੁਣ ਤੁਸੀਂ ਸੰਸਕ੍ਰਿਤ ਵਿੱਚ ਯਯੇ, ਪੰਜਾਬੀ ਵਿੱਚ ਬਹੁਤੇ ਥਾਵਾਂ ਤੇ ਕੀ ਬਣ ਜਾਂਦਾ ਜੱਜਾ ਬਣ ਜਾਂਦਾ ਹੈ, ਠੀਕ ਹੈ। ਜਿਵੇਂ ਜੇ ਮੰਨ ਲਓ ਪੇਪਰ ਵਿੱਚ ਅਸ਼ੁੱਧ ਲਿਖਿਆ ਹੈ ਸੰਯਮ, ਤਾਂ ਤੁਸੀਂ ਉਹਨੂੰ ਕੀ ਲਿਖਣਾ ਹੋ ਸੰਜਮ, ਸੱਸੇ ਉੱਤੇ ਟਿੱਪੀ ਜੱਜਾ ਮੰਮਾ। ਜਿਵੇਂ ਲਿਖਿਆ ਹੋਵੇ ਕਾਰਿਆ, ਯਯੇ ਨਾਲ ਪਾਇਆ, ਤੁਸੀਂ ਕੀ ਲਿਖਣਾ ਹੋਊਗਾ ਕਾਰਜ, ਕੱਕੇ ਨੂੰ ਕਰਨਾ ਰਾਰਾ ਜੱਜਾ ਕਾਰਜ। ਯਤਨ ਹੁਣ ਯਯੇ ਨਾਲ ਪਾਇਆ ਹੁੰਦਾ ਤਾਂ ਜੱਜੇ ਨਾਲ ਪਊਗਾ ਉੱਥੇ, ਠੀਕ ਹੈ। ਸੰਸਕ੍ਰਿਤ ਵਿੱਚ ਯਤਨ ਜਿਹੜਾ ਯਯੇ ਨਾਲ ਪਊਗਾ, ਪਰ ਪੰਜਾਬੀ ਵਿੱਚ ਯਤਨ ਆ ਜਿਹੜਾ ਉਹ ਜੱਜੇ ਨਾਲ ਪਊਗਾ, ਠੀਕ ਹੈ। ਬਹੁਤ ਸਾਰੇ ਹਜੇ ਵੀ ਪੰਜਾਬੀ ਵਿੱਚ ਯਤਨ ਯਯੇ ਨਾਲ ਪਾਉਂਦੇ ਆ, ਪਰ ਕੁਝ ਸਿਧਾਂਤ ਬਣੇ ਹੋਏ ਆ ਜਿਨ੍ਹਾਂ ਨੂੰ ਕੀ ਆ ਆਪਾਂ ਅਸ਼ੁੱਧ ਨੂੰ ਸ਼ੁੱਧ ਕਰਕੇ ਲਿਖਣਾ, ਤੇ ਉਹ ਸਿਧਾਂਤਾਂ ਨੂੰ ਆਪਾਂ ਨੂੰ ਮੰਨਣਾ ਪਊਗਾ। ਇਸੇ ਤਰ੍ਹਾਂ ਯੋਗੀ, ਹੁਣ ਯਯਾ ਪਾਇਆ ਉੱਤੇ ਯੋਗੀ, ਯੋਗੀ ਨੂੰ ਯਯੇ ਨੂੰ ਕੀ ਪਾਉਂਗੇ ਜੱਜੇ ਨਾਲ ਲਿਖੋਗੇ, ਠੀਕ ਹੈ। ਯੋਗੀ ਜੱਜੇ ਯਯੇ ਨਾਲ ਨਹੀਂ ਲਿਖੋਗੇ ਕਿਉਂਕਿ ਯਯਾ ਜਿਹੜਾ ਉਹ ਕੀ ਆ ਸੰਸਕ੍ਰਿਤ ਵਿੱਚ ਵਰਤਿਆ ਜਾਂਦਾ, ਆਪਣੇ ਇਹਦੇ ਪੰਜਾਬੀ ਵਿੱਚ ਕੀ ਹੈ ਇਹਦੀ ਵਰਤੋਂ ਘੱਟ ਕੀਤੀ ਜਾਂਦੀ ਆ, ਇਸ ਕਰਕੇ ਇਹਦੇ 'ਚ ਕੀ ਕਰਤਾ ਇਹਨਾਂ ਨੇ ਸੰਸਕ੍ਰਿਤ ਵਿੱਚ ਜਿਹੜਾ ਕੀ ਆ ਮੇਨ ਆ ਜਾਂਦਾ ਤੁਹਾਡਾ, ਸੰਸਕ੍ਰਿਤ ਵਿੱਚ ਜਿਹੜਾ ਯਯਾ ਉਹ ਪੰਜਾਬੀ ਵਿੱਚ ਜੱਜਾ ਹੀ ਬਣ ਜਾਂਦਾ ਬਹੁਤ ਸਾਰੇ ਸ਼ਬਦਾਂ ਵਿੱਚ। ਜਿਵੇਂ ਹੁਣ ਇੱਥੇ ਤਾਂ ਤੁਹਾਨੂੰ ਮੈਂ 4 ਸ਼ਬਦ ਦਿੱਤੇ ਹੋਏ ਆ ਵੀ ਸੰਯਮ, ਕਾਰਿਆ, ਯਤਨ, ਯੋਗੀ, ਇਹਨਾਂ ਨੂੰ ਕੀ ਆ ਤੁਸੀਂ ਜੱਜੇ 'ਚ ਲਿਖਣਾ ਹੁੰਦਾ। ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਬਣ ਜਾਂਦੇ ਆ, ਜਿਵੇਂ ਕਿ ਲਿਖ ਸਕਦੇ ਹੋ ਤੁਸੀਂ ਯਮ, ਠੀਕ ਹੈ। ਯਮ ਯਯੇ ਨਾਲ ਯਯਾ ਮੰਮਾ ਯਮ, ਤਾਂ ਉਹ ਕੀ ਪਊਗਾ ਜੱਜਾ ਮੰਮਾ ਯਮ। ਯੋਧਾ ਯਯੇ ਨੂੰ ਹੋੜਾ ਧੱਦੇ ਨੂੰ ਕਰਨਾ, ਤਾਂ ਤੁਸੀਂ ਲਿਖੋਗੇ ਯੋਧਾ, ਜੱਜੇ ਨੂੰ ਹੋੜਾ ਧੱਦੇ ਨੂੰ ਕਰਨਾ ਯੋਧਾ, ਠੀਕ ਹੈ। ਬਹੁਤ ਸਾਰੇ ਇਹੋ ਜਿਹੇ ਸ਼ਬਦ ਹੈਗੇ ਆ ਜਿਹੜੇ ਕੀ ਆ ਯਯੇ ਵਿੱਚ ਲਿਖਣ ਦੀ ਥਾਂ ਆਪਾਂ ਨੂੰ ਕੀ ਆ ਜੱਜੇ ਵਿੱਚ ਲਿਖਣੇ ਚਾਹੀਦੇ ਆ। ਹੁਣ ਅਗਲਾ ਜਿਹੜਾ ਹੋਰ ਹੈਗਾ ਵੀ ਕਈ ਹਾਲਾਤਾਂ ਵਿੱਚ ਜਿਹੜਾ ਸੰਸਕ੍ਰਿਤ ਯਯਾ ਉਹ ਪੰਜਾਬੀ ਵਿੱਚ ਜਾਂ ਤਾਂ ਖਤਮ ਹੋ ਗਿਆ ਜਾਂ ਇਸ ਦੀ ਥਾਂ ਕਿਸ ਨੇ ਲੈ ਲਈ ਇਹਨਾਂ ਨੇ E+ ਆ ਜਾਂ E+ ਊ ਹੋ ਗਿਆ। ਜਿਵੇਂ ਕੀ ਆ ਹੁਣ ਆਪਾਂ ਗੱਲ ਕਰ ਸਕਦੇ ਹਾਂ E+ ਆ, ਈੜੀ ਨੂੰ ਸਿਹਾਰੀ ਆੜਾ। ਹੁਣ ਜਿਵੇਂ ਇੱਥੇ ਕੀ ਹੈ ਯਯਾ ਪੰਜਾਬੀ ਵਿੱਚ ਖਤਮ ਹੋ ਗਿਆ, ਮਤਲਬ ਵਿਅੰਜਨ ਤਾਂ ਹੈ ਪਰ ਇੱਥੇ ਕੀ ਆਪਾਂ ਉਹਨੂੰ ਕੀ ਹੈ ਕਈ ਹਾਲਾਤਾਂ ਵਿੱਚ, ਬਹੁਤ ਸਾਰੇ ਹਾਲਾਤਾਂ ਵਿੱਚ ਅੱਜ ਵੀ ਆਪਾਂ ਯਯੇ ਦੀ ਵਰਤੋਂ ਕਰਦੇ ਹਾਂ, ਪਰ ਕਈ ਹਾਲਾਤਾਂ ਵਿੱਚ ਸੰਸਕ੍ਰਿਤ ਯਯਾ ਪੰਜਾਬੀ ਵਿੱਚ ਜਾਂ ਤਾਂ ਉਹ ਖਤਮ ਹੋ ਗਿਆ ਜਾਂ ਇਸ ਦੀ ਥਾਂ ਕਿਹਨੇ ਲੈ ਲਈ E+ ਊ ਜਾਂ E+ ਆ ਨੇ ਲੈ ਲਈ, ਠੀਕ ਹੈ। ਤੇ ਇਸੇ ਤਰ੍ਹਾਂ ਜਿਵੇਂ ਹੁਣ ਇੱਥੇ ਉਪਾ ਯਯੇ ਨਾਲ ਪਾਇਆ, ਤੁਸੀਂ ਯਯੇ ਨਾਲ ਪਾਇਆ ਆ ਰਿਹਾ ਲਾਸਟ, ਤਾਂ ਉੱਥੇ ਕੀ ਕਰੋਗੇ ਉਪਾ, ਊੜੇ ਨੂੰ ਔਂਕੜ, ਪੱਪੇ ਨੂੰ ਕਰਨਾ ਆੜਾ, ਉਪਾ, ਠੀਕ ਹੈ। ਇਸ ਤਰ੍ਹਾਂ ਉਪਾ ਨੇ ਲੈ ਲਈ। ਅਭਿਆਸ, ਹੁਣ ਅਭਿਆਸ ਜਿਹੜਾ ਯਯੇ ਨਾਲ ਪਾਇਆ ਹੋਇਆ, ਪਰ ਇੱਥੇ ਤੁਸੀਂ ਕਿਹਦੇ ਨਾਲ ਪਾਉਣਾ ਆੜੇ ਨਾਲ ਪਾਉਣਾ। ਅਭਿਆਸ ਆੜਾ, ਪੱਬੇ ਨੂੰ ਸਿਹਾਰੀ, ਯਯੇ ਨੂੰ ਕਰਨਾ ਸੱਸਾ, ਅਭਿਆਸ। ਇਹ ਗਲਤ ਆ, ਇਹ ਅਸ਼ੁੱਧ ਆ, ਤਾਂ ਤੁਸੀਂ ਇਹਨੂੰ ਸ਼ੁੱਧ ਲਿਖਣ ਵਾਸਤੇ ਕੀ ਲਿਖਣਾ ਆੜਾ, ਪੱਬੇ ਨੂੰ ਸਿਹਾਰੀ, ਆੜੇ ਨੂੰ ਕਰਨਾ ਸੱਸਾ, ਅਭਿਆਸ। ਅਗਲਾ ਹੈ ਆਰਿਆ, ਆੜੇ ਨੂੰ ਕਰਨਾ ਰਾਰੇ ਨੂੰ ਵਿਹਾਰੀ, ਯਯੇ ਨੂੰ ਦਲਾਵਾਂ। ਪਰ ਤੁਸੀਂ ਹੁਣ ਇੱਥੇ ਯਯਾ ਨਹੀਂ ਵਰਤਣਾ ਕਿਉਂਕਿ ਯਯਾ ਸੰਸਕ੍ਰਿਤ ਦਾ ਸ਼ਬਦ ਆ, ਇਹ ਪੰਜਾਬੀ ਵਿੱਚ ਖਤਮ ਹੋ ਗਿਆ, ਤਾਂ ਇੱਥੇ ਕੀ ਆ ਗਿਆ ਆਰੀਆ, ਆੜਾ ਆੜੇ ਨੂੰ ਕਰਨਾ, ਰਾਰੇ ਨੂੰ ਵਿਹਾਰੀ, ਆੜੇ ਨੂੰ ਕਰਨਾ ਆਰੀਆ। ਇਸੇ ਤਰ੍ਹਾਂ ਮੱਧਿਆ, ਹਿੰਦੀ 'ਚ ਜਿਹੜਾ ਮੱਧਿਆ ਤੁਸੀਂ ਬੋਲਦੇ ਹੋ ਤਾਂ ਉਹਨੂੰ ਪੰਜਾਬੀ ਵਿੱਚ ਲਿਖਣਾ ਹੋਵੇ ਤਾਂ ਉਹਦਾ ਸ਼ੁੱਧ ਉਚਾਰਨ ਮੱਧ, ਠੀਕ ਹੈ। ਮੰਮੇ ਉੱਤੇ ਅਧਿਕ ਧੱਦਾ ਮੱਧ। ਤਾਂ ਇਹ ਬਹੁਤ ਸਾਰੇ ਹੋਰ ਵੀ ਸ਼ਬਦ ਆ ਜਿਵੇਂ ਕੀ ਆ ਭਾਰਤੀਆ, ਭਾਰਤੀਆ ਹੁਣ ਜਿਵੇਂ ਬੋਲੋਗੇ ਤੁਸੀਂ ਹਿੰਦੀ ਵਾਲੀ, ਠੀਕ ਆ ਭਾਰਤੀਆ, ਪਰ ਆਪਾਂ ਕੀ ਬੋਲਾਂਗੇ ਉਹਨੂੰ ਪੰਜਾਬੀ ਵਿੱਚ ਭਾਰਤੀ, ਭੱਬੇ ਨੂੰ ਕੰਨਾ ਰਾਰਾ ਤੱਤੇ ਨੂੰ ਵਿਹਾਰੀ ਭਾਰਤੀ, ਠੀਕ ਆ। ਜਿਵੇਂ ਮੁੱਲਿਆ, ਮੰਮੇ ਨੂੰ ਔਂਕੜ ਉੱਤੇ ਅਧਿਕ ਲੱਲਾ ਯਯਾ ਮੁੱਲਿਆ, ਤੁਸੀਂ ਪਰ ਮੁੱਲਿਆ ਨਹੀਂ ਬੋਲੋਗੇ, ਉੱਤੇ ਕੀ ਬੋਲੋਗੇ ਮੁੱਲ, ਮੰਮੇ ਨੂੰ ਔਂਕੜ ਉੱਤੇ ਅਧਿਕ ਲੱਲਾ ਮੁੱਲ, ਠੀਕ ਆ। ਇਸੇ ਤਰ੍ਹਾਂ ਰਾਸ਼ਟਰੀਆ ਬੋਲਦੇ ਹੋ ਨਾ ਸੰਸਕ੍ਰਿਤ ਵਿੱਚ ਰਾਸ਼ਟਰੀਆ, ਤਾਂ ਪਰ ਪੰਜਾਬੀ ਵਿੱਚ ਉਹਨੂੰ ਕੀ ਲਿਖਾਂਗੇ ਬੋਲਾਂਗੇ ਆਪਾਂ ਰਾਸ਼ਟਰੀ, ਰਾਰਾ ਰਾਰੇ ਨੂੰ ਕਰਨਾ ਸੱਸੇ ਦੇ ਪੈਰ 'ਚ ਬਿੰਦੀ, ਟੈਂਕਾ ਰਾਰੇ ਨੂੰ ਵਿਹਾਰੀ, ਰਾਸ਼ਟਰੀ। ਇਸੇ ਤਰ੍ਹਾਂ ਵਪਾਰੀਆ, ਤੁਸੀਂ ਵਪਾਰੀਆ ਨਹੀਂ ਉਹ ਕਰੋਗੇ, ਉੱਥੇ ਕੀ ਕਰੋਗੇ ਵਪਾਰ,
ਵਾਵਾ ਪੱਪੇ ਨੂੰ ਕੰਨਾ ਰਾਰੇ ਨੂੰ ਵਿਹਾਰੀ ਯਈਆ ਪਾਇਆ ਹੋਇਆ ਤਾਂ ਉਹ ਕੀ ਹੋ ਜਾਊਗਾ ਵਪਾਰੀਆ ਅਸ਼ੁੱਧ ਪੰਜਾਬੀ ਵਿੱਚ ਸ਼ੁੱਧ ਲਿਖਣ ਲਈ ਇਹਨੂੰ ਕੀ ਲਿਖੋਗੇ ਵਪਾਰ ਵਾਵਾ ਪੱਪੇ ਨੂੰ ਕਰਨਾ ਰਾਰਾ ਵਪਾਰ ਠੀਕ ਹੈ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਸੰਸਕ੍ਰਿਤ ਜਈ ਆ ਪੰਜਾਬੀ ਵਿੱਚ ਕੀ ਆ ਖਤਮ ਹੋ ਗਿਆ ਤਾਂ ਇਹ ਸ਼ਬਦ ਬਹੁਤ ਸਾਰੇ ਹੋਰ ਵੀ ਬਹੁਤ ਸਾਰੇ ਸ਼ਬਦ ਹੈ ਜਿਹੜੇ ਸ਼ਬਦ ਜੋੜਾ ਇਹਨਾਂ ਦੇ ਵਿੱਚ ਕੀ ਆ ਫਰਕ ਦੇਖਣ ਨੂੰ ਮਿਲ ਸਕਦਾ ਤੁਹਾਨੂੰ। ਤਾਂ ਅਗਲਾ ਹੈ ਜਿਹੜੇ ਨਿਯਮ ਅਗਲਾ ਜਿਵੇਂ ਕਿ ਕਈ ਵਾਰ ਕੀ ਹੁੰਦਾ ਕਈ ਸ਼ਬਦਾਂ ਦੇ ਮੂਲ ਰੂਪ ਵਿੱਚ ਸੰਯੁਕਤ ਵਿਅੰਜਨ ਸਨ ਉਹ ਸ਼ਬਦ ਪੰਜਾਬੀ ਵਿੱਚ ਕੀ ਬਣ ਜਾਂਦੇ ਆ ਵੱਖ-ਵੱਖ ਵਿਅੰਜਨਾਂ ਨਾਲ ਲਿਖੇ ਜਾਂਦੇ ਆ। ਹੁਣ ਸੰਯੁਕਤ ਵਿਅੰਜਨ ਹੁਣ ਸਭ ਤੋਂ ਪਹਿਲਾਂ ਇੱਥੇ ਪਤਾ ਹੋਵੇ ਸੰਯੁਕਤ ਵਿਅੰਜਨ ਕਿਹੜੇ ਹੁੰਦੇ ਆ। ਸੰਯੁਕਤ ਵਿਅੰਜਨ ਉਹ ਹੁੰਦੇ ਆ ਜਿੱਥੇ ਕੀ ਆ ਦੋਹਰੇ ਵਿਅੰਜਨ ਆ ਜਾਣ ਠੀਕ ਹੈ। ਤਾਂ ਹੁਣ ਜਿਵੇਂ ਕੀ ਆ ਦੋਹਰੇ ਵਿਅੰਜਨ ਜਿਵੇਂ ਕੀ ਆ ਕਹਿ ਸਕਦੇ ਹੋ ਰਾਰਾ ਪੱਪਾ ਇਹ ਦੋਹਰਾ ਵਿਅੰਜਨ ਆ ਤੇ ਰਾਰਾ ਧੱਦਾ ਵੀ ਵਿਅੰਜਨ ਹੀ ਹੋਣ ਉਹਦੇ ਵਿੱਚ ਸਵਰ ਦੀ ਵਰਤੋਂ ਨਾ ਕੀਤੀ ਗਈ ਹੋਵੇ। ਤਾਂ ਇਸ ਕਰਕੇ ਜਿਨ੍ਹਾਂ ਸ਼ਬਦਾਂ ਦੇ ਮੂਲ ਰੂਪ ਵਿੱਚ ਸੰਯੁਕਤ ਵਿਅੰਜਨ ਸਨ ਉਹ ਸ਼ਬਦ ਪੰਜਾਬੀ ਵਿੱਚ ਕੀ ਆ ਵੱਖ-ਵੱਖ ਵਿਅੰਜਨਾਂ ਨਾਲ ਲਿਖੇ ਜਾਂਦੇ ਆ। ਤਾਂ ਹੁਣ ਮੂਲ ਰੂਪ ਵਿੱਚ ਸੰਯੁਕਤ ਵਿਅੰਜਨ ਜਿਵੇਂ ਲਿਖਦੇ ਹੋ ਤੁਸੀਂ ਆਪਾਂ ਜਦੋਂ ਅਰਜੀ ਜਾਂ ਐਪਲੀਕੇਸ਼ਨ ਲਿਖਦੇ ਹੋ ਤੁਸੀਂ ਪੰਜਾਬੀ ਵਿੱਚ ਤਾਂ ਉਹਦੇ 'ਚ ਕਿਰਪਾ ਹਲੇ ਵੀ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਕਿਰਪਾ ਦੇ ਸਪੈਲਿੰਗ ਆ ਉਹ ਇਸ ਤਰ੍ਹਾਂ ਪਾਉਂਦੇ ਆ ਠੀਕ ਹੈ। ਤਾਂ ਇਹ ਕੀ ਆ ਗਲਤ ਆ ਕਿਰਪਾ ਤਾਂ ਤੁਸੀਂ ਇੱਥੇ ਕੀ ਆ ਪੰਜਾਬੀ ਕਿਰਪਾ ਐਵੇਂ ਪਊਗਾ ਕੱਕੇ ਨੂੰ ਸਿਹਾਰੀ ਰਾਰਾ ਪੱਪੇ ਨੂੰ ਕਰਨਾ ਕਿਰਪਾ ਠੀਕ ਹੈ। ਇਹ ਕੀ ਆ ਪੈਰ 'ਚ ਰਾਰਾ ਜ਼ਰੂਰ ਪੈਂਦਾ ਪਰ ਇਸ ਸਿਧਾਂਤ ਤੇ ਲਾਗੂ ਨਹੀਂ ਹੁੰਦਾ ਜੇ ਕਿਸ ਸਿਧਾਂਤ ਤੇ ਜਿਸ ਸਿਧਾਂਤ ਤੇ ਸ਼ਬਦਾਂ ਦੇ ਮੂਲ ਰੂਪ ਵਿੱਚ ਸੰਯੁਕਤ ਵਿਅੰਜਨ ਠੀਕ ਹੈ ਸੰਯੁਕਤ ਵਿਅੰਜਨ ਹੋਣ ਤਾਂ ਉੱਥੇ ਪੰਜਾਬੀ ਵਿੱਚ ਵੱਖ-ਵੱਖ ਵਿਅੰਜਨਾਂ ਨਾਲ ਹੀ ਉਹ ਸ਼ਬਦ ਲਿਖੇ ਜਾਂਦੇ ਆ। ਤਾਂ ਇਸੇ ਤਰ੍ਹਾਂ ਹੁਣ ਕਿਵੇਂ ਬਿਰਧ ਵਾਵੇ ਨੂੰ ਬਿਰਧ ਬੱਬੇ ਨੂੰ ਸਿਹਾਰੀ ਰਾਰਾ ਪੈਰ 'ਚ ਪਾਤਾ ਰਾਰਾ ਧੱਦਾ ਹੁਣ ਬਿਰਧ ਬੱਬੇ ਨੂੰ ਸਿਹਾਰੀ ਰਾਰਾ ਧੱਦਾ ਤੁਸੀਂ ਅਲੱਗ ਹਟਾਓਗੇ। ਮਾਤਰਾ ਬਹੁਤ ਸਾਰੇ ਬੱਚੇ ਹਲੇ ਵੀ ਐਵੇਂ ਪਾਉਂਦੇ ਆ ਮੰਮੇ ਨੂੰ ਕੰਨਾ ਤੱਤੇ ਦੇ ਪੈਰ 'ਚ ਰਾਰਾ ਤੇ ਕੰਨਾ ਪਰ ਮਾਤਰਾ ਜਿਹੜੀ ਉਹ ਕੀ ਆ ਮੰਮੇ ਨੂੰ ਕੰਨਾ ਤੱਤਾ ਰਾਰੇ ਨੂੰ ਕੰਨਾ ਮਾਤਰਾ ਸ਼ੁੱਧ ਐਵੇਂ ਪਊਗੀ। ਸ਼ਬਦ ਜੋੜ ਹੁੰਦੇ ਆ ਨਿਯਮ ਹੁੰਦੇ ਆ ਕੁਝ ਸ਼ਬਦ ਜੋੜਾਂ ਨੂੰ ਬਣਾਉਣ ਲਈ ਜਿਨ੍ਹਾਂ ਦੀ ਕੀ ਆ ਵਰਤੋਂ ਕਰਨੀ ਆਪਣੇ ਲਈ ਬਹੁਤ ਜ਼ਰੂਰੀ ਹੁੰਦੀ ਆ। ਇਸੇ ਤਰ੍ਹਾਂ ਪਰਲੋਕ ਤਾਂ ਪਰਲੋਕ ਨੂੰ ਕਿਵੇਂ ਲਿਖੋਗੇ ਤੁਸੀਂ ਪੱਪਾ ਰਾਰਾ ਲੱਲੇ ਨੂੰ ਹੋੜਾ ਕੱਕਾ ਪਰਲੋਕ। ਇਸੇ ਤਰ੍ਹਾਂ ਵਿਸਰਾਮ ਬਹੁਤ ਸਾਰੇ ਸ਼ਬਦ ਆ ਜਿਵੇਂ ਜਿਨ੍ਹਾਂ ਨੂੰ ਤੁਸੀਂ ਕੀ ਆ ਵਰਤ ਸਕਦੇ ਹੋ। ਹੁਣ ਜਿਹੜਾ ਵਿਸਰਾਮ ਹੁਣ ਜਿਵੇਂ ਲਿਖਣਾ ਹੋਵੇ ਵਿਸਰਾਮ ਤਾਂ ਉਹ ਕਿਵੇਂ ਪੈਣਗੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵਾਵੇ ਨੂੰ ਸਿਹਾਰੀ ਸੱਸੇ ਦੇ ਪੈਰ 'ਚ ਰਾਰਾ ਸੱਸੇ ਨੂੰ ਕਰਨਾ ਮੰਮਾ ਵਿਸਰਾਮ ਪਰ ਇਹ ਕੀ ਆ ਗਲਤ ਆ ਪੈਰ 'ਚ ਰਾਰਾ ਨਹੀਂ ਪਊਗਾ ਵਿਸਰਾਮ 'ਚ ਕੀ ਪਊਗਾ ਵਾਵੇ ਨੂੰ ਸਿਹਾਰੀ ਸੱਸਾ ਰਾਰੇ ਨੂੰ ਕਰਨਾ ਮੰਮਾ ਵਿਸਰਾਮ। ਇਸੇ ਤਰ੍ਹਾਂ ਪਰਲੋਕ ਤੁਹਾਨੂੰ ਦੱਸਦਾ ਵੀ ਪੱਪਾ ਇਹਦੇ ਪੈਰ 'ਚ ਰਾਰਾ ਨਹੀਂ ਪਊਗਾ ਰਾਰਾ ਕੁਛ ਸ਼ਬਦ ਆ ਜਿਨ੍ਹਾਂ ਵਿੱਚ ਰਾਰਾ ਪੈਰ 'ਚ ਪੈਂਦਾ ਪਰ ਕੁਛ ਸ਼ਬਦ ਜਿਵੇਂ ਹੁਣ ਸਗਰਾਮ ਤੇ ਪੈਰ 'ਚ ਰਾਰਾ ਨਹੀਂ ਪੈਂਦਾ ਗੱਗੇ ਦੇ ਹੁਣ ਜਿਵੇਂ ਕਈ ਬੱਚੇ ਪਾਉਂਦੇ ਸੱਸੇ ਉੱਤੇ ਟਿੱਪੀ ਗੱਗੇ ਦੇ ਪੈਰ 'ਚ ਰਾਰਾ ਗੱਗੇ ਨੂੰ ਕਰਨਾ ਮੰਮਾ ਸਗਰਾਮ ਪਰ ਇੱਥੇ ਮੰਮਾ ਕੀ ਆ ਪੈਰ 'ਚ ਰਾਰਾ ਨਹੀਂ ਪਊਗਾ ਉੱਥੇ ਪੂਰਾ ਸਗਰਾਮ ਲਿਖੋਗੇ ਤੁਸੀਂ ਸੱਸੇ ਉੱਤੇ ਟਿੱਪੀ ਗੱਗਾ ਰਾਰੇ ਨੂੰ ਕਰਨਾ ਮੰਮਾ ਸਗਰਾਮ ਠੀਕ ਹੈ। ਤਾਂ ਇਹ ਸੀਗਾ ਇਹ ਜਿਵੇਂ ਸੰਯੁਕਤ ਵਿਅੰਜਨਾਂ ਸਨ ਉਹ ਸ਼ਬਦ ਪੰਜਾਬੀ ਵਿੱਚ ਜਿਹੜੇ ਸੰਯੁਕਤ ਵਿਅੰਜਨ ਹੁੰਦੇ ਆ ਉਹ ਪੰਜਾਬੀ ਵਿੱਚ ਕੀ ਆ ਵੱਖ-ਵੱਖ ਵਿਅੰਜਨਾਂ ਨਾਲ ਲਿਖੇ ਜਾਂਦੇ ਆ ਠੀਕ ਹੈ। ਤਾਂ ਹੁਣ ਇੱਕ ਹੋਰ ਜਿਵੇਂ ਗੱਲ ਕਰ ਸਕਦੇ ਹਾਂ ਵੀ ਸੰਸਕ੍ਰਿਤ ਵਿੱਚ ਜਿਨ੍ਹਾਂ ਸ਼ਬਦਾਂ ਦੇ ਅੰਤ ਵਿੱਚ ਸੰਯੁਕਤ ਵਿਅੰਜਨ ਹਨ ਸਨ ਉਹਨਾਂ ਨੂੰ ਵੀ ਪੰਜਾਬੀ ਵਿੱਚ ਵੱਖਰੇ ਵਿਅੰਜਨਾਂ ਨਾਲ ਲਿਖਿਆ ਜਾਂਦਾ ਹੈ ਜਿਵੇਂ ਕਿ ਇੰਦਰ ਹੁਣ ਜਿਵੇਂ ਇੰਦਰ ਲਿਖਣਾ ਹੋਵੇ ਈੜੀ ਨੂੰ ਸਿਹਾਰੀ ਉੱਤੇ ਟਿੱਪੀ ਦੱਦੇ ਦੇ ਪੈਰ 'ਚ ਰਾਰਾ ਤਾਂ ਹੁਣ ਇੰਦਰ ਐ ਨਹੀਂ ਪਾਉਂਗੇ ਤੁਸੀਂ ਇੰਦਰ ਪਾਉਂਗੇ ਈੜੀ ਨੂੰ ਸਿਹਾਰੀ ਉੱਤੇ ਟਿੱਪੀ ਦੱਦਾ ਰਾਰਾ ਇੰਦਰ। ਇਸੇ ਤਰ੍ਹਾਂ ਕੇਂਦਰ ਕੱਕੇ ਨੂੰ ਲਾਵਾਂ ਉੱਤੇ ਬਿੰਦੀ ਦੱਦੇ ਦੇ ਪੈਰ 'ਚ ਰਾਰਾ ਜੇ ਪੈਰ 'ਚ ਰਾਰਾ ਤਾਂ ਉਹ ਅਸ਼ੁੱਧ ਗਲਤ ਸ਼ਬਦ ਜੋੜ ਉਹਨੂੰ ਸ਼ਬਦ ਜੋੜ ਨੂੰ ਠੀਕ ਕਰ ਲਈ ਆਪਾਂ ਕੀ ਕਰਾਂਗੇ ਕੱਕੇ ਨੂੰ ਲਾਵਾਂ ਉੱਤੇ ਬਿੰਦੀ ਦੱਦਾ ਰਾਰਾ ਕੇਂਦਰ ਠੀਕ ਹੈ। ਤਾਂ ਬਹੁਤ ਸਾਰੇ ਸ਼ਬਦ ਆ ਜਿਹੜੇ ਕੀ ਆ ਆਪਾਂ ਜਦੋਂ ਲਿਖਦੇ ਹਾਂ ਉਹ ਲਿਖਣ ਲੱਗੇ ਆਪਾਂ ਗਲਤ ਲਿਖ ਦਿੰਦੇ ਹਾਂ ਠੀਕ ਹੈ। ਤੇ ਇਸ ਕਰਕੇ ਕੀ ਆ ਪੰਜਾਬੀ ਵਿੱਚ ਇਹ ਜੇ ਨਿਯਮਾਂ ਨੂੰ ਆਪਾਂ ਨੂੰ ਕੁਝ ਸਿਧਾਂਤ ਦਿੱਤੇ ਹੋਏ ਆ ਜਿਨ੍ਹਾਂ ਨੂੰ ਪੜ੍ਹ ਕੇ ਆਪਾਂ ਨੂੰ ਕੀ ਆ ਸ਼ੁੱਧ ਕਰਨੇ ਚਾਹੀਦੇ ਆ ਤੇ ਜਿਹੜੇ ਕਿ ਤੁਹਾਨੂੰ ਸਿਲੇਬਸ ਵਿੱਚ ਵੀ 10 ਨੰਬਰਾਂ ਦਾ ਲੱਗੇ ਹੋਏ ਆ ਵੀ ਇਹ ਭਾਗ ਪਹਿਲਾ ਵਿੱਚ 10 ਨੰਬਰ ਦੇ ਲੱਗੇ ਹੋਏ ਆ ਅਸ਼ੁੱਧ ਤਾਂ ਬੱਚੇ ਕੀ ਉਹੀ ਰੱਟਾ ਵੈਸੇ ਕਰਨ ਇਹ ਸੋਚ ਲੈਂਦੇ ਵੀ ਵਿਆਕਰਨ ਜਿਹੜੇ ਇਹਦਾ ਕੋਈ ਉਹ ਨਹੀਂ ਹੈਗਾ ਆਪਾਂ ਸਿੰਪਲ ਕਰ ਸਕਦੇ ਹਾਂ ਪਰ ਨਹੀਂ ਇਹਦੇ ਲਈ ਬਹੁਤ ਸਾਰੇ ਸਿਧਾਂਤ ਦਿੱਤੇ ਹੋਏ ਆ ਜਿਨ੍ਹਾਂ ਨੂੰ ਆਪਾਂ ਨੂੰ ਕੀ ਆ
ਉਹ ਸਿਧਾਂਤਾਂ ਨੂੰ ਸਮਝਣ ਲਈ ਫਿਰ ਆਪਾਂ ਨੂੰ ਕੁਛ ਜਿਹੜੇ ਨਿਯਮਾਂ ਨੂੰ ਪੜ੍ਹਨਾ ਚਾਹੀਦਾ, ਉਹ ਸਿਧਾਂਤਾਂ ਨੂੰ ਫਿਰ ਲਾਗੂ ਕਰਨਾ ਚਾਹੀਦਾ ਲਿਖਣ ਲੱਗਿਆ। ਠੀਕ ਹੈ, ਤਾਂ ਜਿਵੇਂ ਕਿ ਇੱਕ ਹੋਰ ਕਹਿ ਸਕਦੇ ਇਹਦੇ 'ਚ ਤੁਸੀਂ ਨਾਸਕੀ ਅੱਖਰ ਆ, ਜਿਵੇਂ ਨੰਨਾ ਅਤੇ ਮੰਮਾ ਤੋਂ ਪਹਿਲਾਂ ਜੇ ਅਦਿਕ ਦੀ ਥਾਂ ਟਿੱਪੀ ਲੱਗਦੀ ਹੈ। ਠੀਕ ਹੈ, ਬਹੁਤ ਸਾਰੇ ਜਿਵੇਂ ਚੰਮ, ਕੰਮ, ਕੰਨਾ, ਮੰਜ਼ਲ, ਪਰ ਜੇ ਊੜੇ ਦੇ ਮਗਰ ਆਏ ਨੰਨਾ ਤੇ ਮੰਮਾ ਦੀ ਆਵਾਜ਼ ਦੋਹਰੀ ਬੋਲਦੀ ਹੋਵੇ ਤਾਂ ਅਦਿਕ ਹੀ ਲੱਗਦਾ, ਜਿਵੇਂ ਉੱਤਮ, ਊੜੇ ਨੂੰ ਔਂਕੜ ਉੱਤੇ ਅਦਿਕ, ਤੱਤਾ ਮੰਮਾ ਉੱਤਮ, ਉੱਨ, ਊੜੇ ਨੂੰ ਔਂਕੜ ਉੱਤੇ ਅਦਿਕ, ਨੰਨਾ ਉੱਨ। ਠੀਕ ਹੈ, ਹੋਰ ਵੀ ਬਹੁਤ ਸਾਰੇ, ਹੁਣ ਅਗਲੇ ਲੈਕਚਰ ਵਿੱਚ ਮੈਂ ਤੁਹਾਡੇ ਨਾਲ ਹੋਰ ਬਹੁਤ ਸਾਰੇ ਸ਼ਬਦ ਲੈ ਕੇ ਆਉਂਗੀ, ਜਿਵੇਂ ਜਿਹਦੇ ਵਿੱਚ ਕੀ ਹੋਊਗਾ, ਅਦਿਕ ਦੀ ਵਰਤੋਂ ਹੋਊਗੀ, ਬਿੰਦੀ ਤੇ ਟਿੱਪੀ ਦੀ ਵਰਤੋਂ ਹੋਊਗੀ। ਠੀਕ ਹੈ, ਤਾਂ ਉਹਦੇ 'ਚ ਤੁਹਾਨੂੰ ਦੱਸੂਗੀ ਵੀ ਅਦਿਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਆ, ਬਿੰਦੀ ਤੇ ਟਿੱਪੀ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਆ। ਤਾਂ ਇਸ ਕਰਕੇ ਤੁਹਾਨੂੰ ਕੀ ਆ, ਕੁਝ ਸਿਧਾਂਤਾਂ ਨੂੰ ਪੜ੍ਹਨਾ ਚਾਹੀਦਾ ਵੀ ਜਿਨ੍ਹਾਂ ਨੂੰ ਸਿਧਾਂਤਾਂ ਨੂੰ ਪੜ੍ਹ ਕੇ ਤੁਹਾਨੂੰ ਕੀ ਆ ਸਮਝ ਆ ਸਕੇ ਸ਼ੁੱਧ ਅਸ਼ੁੱਧ ਦੀ। ਠੀਕ ਹੈ, ਅਸ਼ੁੱਧ ਸ਼ੁੱਧ ਕਿਵੇਂ ਲਿਖਣੇ ਹੁੰਦੇ ਆ, ਵੀ ਕਈ ਵਾਰ ਉੱਥੇ ਕੀ ਹੁੰਦਾ, ਬਹੁਤ ਸੌਖਾ ਸ਼ਬਦ ਪਾਇਆ ਹੁੰਦਾ ਪੇਪਰਾਂ ਵਿੱਚ ਅਸ਼ੁੱਧ। ਤਾਂ ਜਿਵੇਂ ਮੰਨ ਲਓ ਹੁਣ ਸੱਸੇ ਨੂੰ ਲਾਵਾਂ ਹਾਹਾ ਤੱਤਾ, ਸਿਹਤ ਪਾਤਾ, ਤਾਂ ਬੱਚੇ ਆਖਣਗੇ ਇਹ ਤਾਂ ਸਿਹਤ ਸਹੀ ਆ, ਪਰ ਸਹੀ ਨਹੀਂ ਉੱਥੇ, ਵੀ ਕਿਉਂਕਿ ਹਾਹਾ ਤੁਹਾਨੂੰ ਪਹਿਲਾਂ ਹੀ ਦੱਸਦਾ ਰੂਲ ਵੀ ਨਿਯਮ ਆ ਇਹ, ਵੀ ਹਾਹੇ ਤੋਂ ਪਹਿਲਾਂ ਜਿਹੜਾ ਵੀ ਵਿਅੰਜਨ ਹੋਊਗਾ ਤਾਂ ਉਹਦੇ ਤੇ ਕੀ ਲੱਗੂਗੀ, ਸਿਆਰੀ ਲੱਗੂਗੀ। ਹੁਣ ਸਿਹਤ, ਸੱਸੇ ਨੂੰ ਸਿਆਰੀ, ਹਾਹਾ ਤੱਤਾ ਸਿਹਤ। ਠੀਕ ਹੈ, ਤਾਂ ਹੁਣ ਇਸ ਕਰਕੇ ਇਹ ਛੋਟੀਆਂ ਗਲਤੀਆਂ ਜਿਹੜੀਆਂ ਪੰਜਾਬੀ ਵਿੱਚ ਅਕਸਰ ਬੱਚੇ ਕਰਦੇ ਹੁੰਦੇ ਆ, ਤਾਂ ਉਮੀਦ ਕਰਦੀ ਹਾਂ ਵੀ ਇਹ ਗਲਤੀਆਂ ਨਹੀਂ ਕਰੋਗੇ। ਕੁਛ ਹੋਰ ਵੀ ਤੁਹਾਨੂੰ ਨਿਯਮ ਨਾਲ ਦੱਸਦੀ ਰਵਾਂਗੀ ਅਗਲੇ ਲੈਕਚਰ ਵਿੱਚ, ਜਿਹੜੇ ਆਪਣੇ ਹੋਰ ਜਿਹੜੇ ਨਿਯਮ ਹੋਣਗੇ ਇਹਦੇ ਕਰਨ ਵਾਸਤੇ, ਅਸ਼ੁੱਧ ਨੂੰ ਸ਼ੁੱਧ ਕਰਨ ਵਾਸਤੇ, ਉਹ ਵੀ ਦੱਸਾਂਗੀ। ਤਾਂ ਅਗਲੇ ਲੈਕਚਰ ਵਿੱਚ ਮੈਂ ਤੁਹਾਡੇ ਨਾਲ ਵੈਸੇ ਗੱਲ ਕਰਾਂਗੀ ਅਦਿਕ ਦੀ ਵਰਤੋਂ ਦੇ ਨਿਯਮ, ਬਿੰਦੀ ਤੇ ਟਿੱਪੀ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ। ਠੀਕ ਹੈ, ਇਹ ਵੀ ਬਹੁਤ ਜ਼ਰੂਰੀ ਆ, ਕਿਉਂਕਿ ਸ਼ਬਦ ਜੋੜਾਂ ਅਸ਼ੁੱਧ ਸ਼ੁੱਧ ਕਰਨ ਵਾਸਤੇ ਆਪਾਂ ਨੂੰ ਕੀ ਆ, ਸ਼ਬਦ ਜੋੜਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸ਼ਬਦ ਜੋੜਾਂ ਨੂੰ ਸਮਝਣ ਲਈ ਆਪਾਂ ਕੀ ਆ, ਇਹਨਾਂ ਸਿਧਾਂਤਾਂ ਦੀ ਵਰਤੋਂ ਕਰਦੇ ਆ। ਤਾਂ ਇਹ ਸੀ ਅੱਜ ਦੇ ਇਸ ਆਨਲਾਈਨ ਲੈਕਚਰ ਵਿੱਚ ਅਸ਼ੁੱਧ ਸ਼ੁੱਧ। ਧੰਨਵਾਦ।